दुआबा रेडियो। प्यारे बच्चों, सत श्री अकाल। मैं उमा कमल ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਚੌਥੀ ਜਮਾਤ ਦਾ ਪੰਜਾਬੀ ਵਿਸ਼ੇ ਦਾ ਕਵਿਤਾ ਪਾਠ, ਜਿਸ ਦਾ ਸਿਰਲੇਖ ਹੈ ਪ੍ਰਾਰਥਨਾ, ਜੋ ਕਿ ਮਹਾਨ ਸਾਹਿਤਕਾਰ ਸ਼੍ਰੀ ਸੁਰਜੀਤ ਸਿੰਘ ਮਰਜਾਹਾ ਜੀ ਦੀ ਲਿਖੀ ਹੋਈ ਹੈ। ਬੱਚਿਓ, ਇਸ ਕਵਿਤਾ ਰਾਹੀਂ ਬੱਚਿਆਂ ਵੱਲੋਂ ਕਵੀ ਨੇ ਇੱਕ ਅਰਜ਼ੋਈ ਕਰਵਾਈ ਹੈ, ਅਰਦਾਸ ਕਰਵਾਈ ਹੈ ਉਸ ਸਿਰਜਣਹਾਰੇ ਭਾਵ ਸੰਸਾਰ ਦੀ ਰਚਨਾ ਕਰਨ ਵਾਲੇ ਪਰਮ ਪਿਤਾ ਪਰਮਾਤਮਾ ਨੂੰ। ਉਸਦੇ ਚਰਨਾਂ ਵਿੱਚ ਅਰਦਾਸ ਕਰਵਾਈ ਹੈ ਕਿ ਹੇ ਪਰਮਾਤਮਾ, ਸਾਨੂੰ ਵਿਦਿਆ ਦਾ ਦਾਨ ਦੇ, ਤਾਂ ਜੋ ਅਸੀਂ ਪੜ੍ਹ ਲਿਖ ਕੇ ਮਾਨਵਤਾ ਦੀ ਸੇਵਾ ਜਿਹੇ ਮਹਾਨ ਕੰਮ ਕਰਦੇ ਹੋਏ ਅੱਗੇ ਵਧੀਏ ਅਤੇ ਚੰਗੇ ਇਨਸਾਨ ਬਣੀਏ। ਸੋ ਮੈਂ ਸ਼ੁਰੂ ਕਰਨ ਜਾ ਰਹੀ ਹਾਂ ਕਵਿਤਾ ਪਾਠ ਪ੍ਰਾਰਥਨਾ। ਸਿਰਜਣਹਾਰੇ ਸਭ ਦੇ ਪਿਆਰੇ ਦੀ ਸਾਨੂੰ ਏ ਦਾਨ, ਸਿਰਜਣਹਾਰੇ ਸਭ ਦੇ ਪਿਆਰੇ ਦੇ ਸਾਨੂੰ ਏ ਦਾਨ। ਪੜ੍ਹੀਏ ਲਿਖੀਏ ਅੱਗੇ ਵਧੀਏ ਕਰੀਏ ਕੰਮ ਮਹਾਨ, ਪੜ੍ਹੀਏ ਲਿਖੀਏ ਅੱਗੇ ਵਧੀਏ ਕਰੀਏ ਕੰਮ ਮਹਾਨ। ਮਾਨਵਤਾ ਦੀ ਸੇਵਾ ਕਰੀਏ ਸੇਵਾ ਜੋ ਨਿਸ਼ਕਾਮ, ਮਾਨਵਤਾ ਦੀ ਸੇਵਾ ਕਰੀਏ ਸੇਵਾ ਜੋ ਨਿਸ਼ਕਾਮ। ਤੁਰਦੇ ਜਾਈਏ ਮੰਜ਼ਿਲ ਪਾਈਏ ਹੋਏ ਆਰਾਮ ਹਰਾਮ, ਤੁਰਦੇ ਜਾਈਏ ਮੰਜ਼ਿਲ ਪਾਈਏ ਹੋਏ ਆਰਾਮ ਹਰਾਮ। ਤੂੰ ਦਾਤਾ ਹੈ ਸਭ ਦਾ ਮਾਲਿਕ, ਸਭ ਨੂੰ ਦਈ ਭਰੋਸਾ, ਤੂੰ ਦਾਤਾ ਏ ਸਭ ਦਾ ਮਾਲਕ, ਸਭ ਨੂੰ ਦਈ ਭਰੋਸਾ। ਸਭ ਹੀ ਪਿਆਰਨ ਇੱਕ ਦੂਜੇ ਨੂੰ, ਮਨ ਵਿੱਚ ਰਹੇ ਨਾ ਰੋਸਾ, ਸਭ ਹੀ ਪਿਆਰਨ ਇੱਕ ਦੂਜੇ ਨੂੰ, ਮਨ ਵਿੱਚ ਰਹੇ ਨਾ ਰੋਸਾ। ਸਿਰਜਣਹਾਰੇ ਸਭ ਦੇ ਪਿਆਰੇ ਦੇ ਸਾਨੂੰ ਏ ਦਾਨ, ਸਿਰਜਣਹਾਰੇ ਸਭ ਦੇ ਪਿਆਰੇ ਦੇ ਸਾਨੂੰ ਏ ਦਾਨ। ਪੜ੍ਹੀਏ ਲਿਖੀਏ ਅੱਗੇ ਵਧੀਏ ਕਰੀਏ ਕੰਮ ਮਹਾਨ, ਪੜ੍ਹੀਏ ਲਿਖੀਏ ਅੱਗੇ ਵਧੀਏ ਕਰੀਏ ਕੰਮ ਮਹਾਨ। ਅੰਨ ਤਨ ਦੂਣ ਸਵਾਇਆ ਹੋਵੇ, ਰਹੇ ਨਾ ਕੋਈ ਭੁੱਖਾ, ਅੰਨ ਤਨ ਦੂਣ ਸਵਾਇਆ ਹੋਵੇ, ਰਹੇ ਨਾ ਕੋਈ ਭੁੱਖਾ। ਬੋਲੇ ਬੋਲ ਤੇ ਮਿੱਠਾ ਬੋਲੇ, ਬੋਲੇ ਨਾ ਕੋਈ ਰੁੱਖਾ, ਬੋਲੇ ਬੋਲ ਤੇ ਮਿੱਠਾ ਬੋਲੇ, ਬੋਲੇ ਨਾ ਕੋਈ ਰੁੱਖਾ। ਸਿਰਜਣਹਾਰੇ ਸਭ ਦੇ ਪਿਆਰੇ ਦੇ ਸਾਨੂੰ ਏ ਦਾਨ। ਪੜ੍ਹੀਏ ਲਿਖੀਏ ਅੱਗੇ ਵਧੀਏ ਕਰੀਏ ਕੰਮ ਮਹਾਨ। ਮੇਰ ਤੇਰ ਦੀਆਂ ਗੱਲਾਂ ਮੁੱਕਣ ਹਉਮੈ ਰਹੇ ਨਾ ਕੋਈ, ਮੇਰ ਤੇਰ ਦੀਆਂ ਗੱਲਾਂ ਮੁੱਕਣ ਹਉਮੈ ਰਹੇ ਨਾ ਕੋਈ। ਚਾਰ ਦਿਸ਼ਾਵਾਂ ਵਿੱਚੋਂ ਆਵੇ ਫੁੱਲਾਂ ਦੀ ਖੁਸ਼ਬੋਈ, ਚਾਰ ਦਿਸ਼ਾਵਾਂ ਵਿੱਚੋਂ ਆਵੇ ਫੁੱਲਾਂ ਦੀ ਖੁਸ਼ਬੋਈ। ਸਿਰਜਣਹਾਰੇ ਸਭ ਦੇ ਪਿਆਰੇ ਦੇ ਸਾਨੂੰ ਏ ਦਾਨ, ਸਿਰਜਣਹਾਰੇ ਸਭ ਦੇ ਪਿਆਰੇ ਦੇ ਸਾਨੂੰ ਏ ਦਾਨ। ਪੜ੍ਹੀਏ ਲਿਖੀਏ ਅੱਗੇ ਵਧੀਏ ਕਰੀਏ ਕੰਮ ਮਹਾਨ, ਪੜ੍ਹੀਏ ਲਿਖੀਏ ਅੱਗੇ ਵਧੀਏ ਕਰੀਏ ਕੰਮ ਮਹਾਨ। ਜਦ ਵੀ ਆਵਾਜ਼ ਦੇਵੇ ਕੋਈ ਸਾਨੂੰ ਕੰਮ ਉਸ ਦੇ ਆਈਏ, ਜਦ ਵੀ ਆਵਾਜ਼ ਦੇਵੇ ਕੋਈ ਸਾਨੂੰ ਕੰਮ ਉਸ ਦੇ ਆਈਏ। ਹਰ ਪਲ ਆਪਣਾ ਲੇਖੇ ਲਾਈਏ, ਕਦਰ ਸਮੇਂ ਦੀ ਪਾਈਏ,
हर पल अपना लेखे लाइए, कदर समय दी पाइए। सिरजणहारे सब दे प्यारे, दे सानू ए दान। सिरजणहारे सब दे प्यारे, दे सानू ए दान। पढ़िए लिखिए अगे वधिए, करिए कम महान। पढ़िए लिखिए अगे वधिए, करिए कम महान। पढ़िए लिखिए अगे वधिए, करिए कम महान। सो प्यारे बच्चों, ਇਹ ਸੀ ਪ੍ਰਾਰਥਨਾ। ਹੁਣ ਅਸਾਂ ਦੇਖਦੇ ਹਾਂ ਕਿ ਇਸ ਪ੍ਰਾਰਥਨਾ ਦਾ ਕੀ ਭਾਵ ਹੈ, ਇਸ ਦਾ ਕੀ ਮਤਲਬ ਹੈ। ਇਹ ਇੱਕ ਪ੍ਰਾਰਥਨਾ ਹੈ ਜੋ ਉਸ ਸਿਰਜਣਹਾਰੇ ਪ੍ਰਭੂ ਪਿਆਰੇ ਨੂੰ, ਇਸ ਦੁਨੀਆ ਦੀ ਰਚਨਾ ਕਰਨੇ ਵਾਲੇ ਨੂੰ ਅਰਜ਼ੋਈ ਕੀਤੀ ਗਈ ਹੈ ਬੱਚਿਆਂ ਵੱਲੋਂ ਕਿ ਹੇ ਪਰਮਾਤਮਾ, ਹੇ ਸਿਰਜਣਹਾਰ, ਸਾਨੂੰ ਵਿਦਿਆ ਦਾ ਦਾਨ ਦੇ, ਤਾਂ ਜੋ ਅਸੀਂ ਵਿਦਿਆ ਪੜ੍ਹ ਕੇ ਅੱਗੇ ਵਧੀਏ, ਜ਼ਿੰਦਗੀ ਵਿੱਚ ਮਹਾਨ ਕੰਮ ਕਰੀਏ, ਚੰਗੇ ਇਨਸਾਨ ਬਣੀਏ, ਮਾਨਵਤਾ ਦੀ ਸੇਵਾ ਜਿਹੇ ਕਾਰਜ ਕਰਕੇ, ਨਿਸ਼ਕਾਮ ਸੇਵਾ ਕਰਕੇ ਆਪਣੀ ਮੰਜ਼ਿਲ ਵੱਲ ਨੂੰ ਵੱਧਦੇ ਜਾਈਏ ਤੇ ਆਰਾਮ ਨੂੰ, ਜ਼ਿਆਦਾ ਆਰਾਮ ਕਰਨ ਨੂੰ ਅਸੀਂ ਹਰਾਮ ਸਮਝੀਏ ਤੇ ਹਰ ਵੇਲੇ ਕੋਸ਼ਿਸ਼ ਕਰੀਏ ਕੰਮ ਕਰਨ ਦੀ, ਕਾਰਜਸ਼ੀਲ ਰਹਿਣ ਦੀ। ਹੇ ਪਰਮਾਤਮਾ, ਤੂੰ ਸਭ ਦਾ ਮਾਲਕ ਹੈ, ਤੂੰ ਦਾਤਾ ਹੈ। ਤੂੰ ਸਾਨੂੰ ਇਹ ਭਰੋਸਾ ਦੇ ਕਿ ਸਭ ਹੀ ਇੱਕ ਦੂਜੇ ਨੂੰ ਪਿਆਰ ਕਰਨ, ਕਿਸੇ ਦੇ ਮਨ ਵਿੱਚ ਕੋਈ ਰੋਸਾ ਨਾ ਰਵੇ, ਕੋਈ ਗਿਲਾ ਸ਼ਿਕਵਾ ਨਾ ਰਵੇ, ਸਾਰੇ ਹੀ ਇੱਕ ਦੂਜੇ ਨੂੰ ਪ੍ਰੇਮ ਪਿਆਰ ਦੇ ਨਾਲ ਮਿਲਣ ਤੇ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਅੰਨ ਧਨ ਜਿਹੜਾ ਹੈ ਉਹਦੇ ਵਿੱਚ ਬਰਕਤ ਵੱਧਦੀ ਜਾਣੀ ਚਾਹੀਦੀ ਹੈ, ਉਹ ਦੂਣ ਸਵਾਇਆ ਹੋਣਾ ਚਾਹੀਦਾ ਹੈ। ਕੋਈ ਵੀ ਵਿਅਕਤੀ ਜਿਹੜਾ ਹੈ, ਮਨੁੱਖ ਜਿਹੜਾ ਹੈ, ਉਹ ਭੁੱਖਾ ਨਹੀਂ ਰਹਿਣਾ ਚਾਹੀਦਾ। ਸਭ ਨੂੰ ਢਿੱਡ ਭਰ ਕੇ ਭੋਜਨ ਮਿਲਣਾ ਚਾਹੀਦਾ ਹੈ ਤੇ ਹਰ ਵਿਅਕਤੀ, ਹਰ ਮਨੁੱਖ ਜਿਹੜਾ ਹੈ ਉਹ ਮਿੱਠੀ ਬਾਣੀ ਬੋਲੇ, ਕੋਈ ਇੱਕ ਦੂਜੇ ਨਾਲ ਰੁੱਖਾ ਸ਼ਬਦ ਨਾ ਬੋਲੇ, ਤਾਂ ਜੋ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚੇ। ਮੇਰ ਤੇਰ ਦੀ ਭਾਵਨਾ ਜਿਹੜੀ ਹੈ ਉਹ ਦਿਲਾਂ ਵਿੱਚੋਂ ਮੁੱਕ ਜਾਣੀ ਚਾਹੀਦੀ ਹੈ। ਹਉਮੈ ਹੰਕਾਰ ਨਾਮ ਦੀ ਚੀਜ਼ ਜਿਹੜੀ ਹੈ ਉਹ ਮਨਾਂ ਵਿੱਚ ਨਹੀਂ ਰਹਿਣੀ ਚਾਹੀਦੀ। ਮਨਾਂ ਵਿੱਚ ਪ੍ਰੇਮ ਪਿਆਰ ਸ਼ਾਂਤੀ ਹੋਣੀ ਚਾਹੀਦੀ ਹੈ, ਤਾਂ ਜੋ ਚਾਰ ਦਿਸ਼ਾਵਾਂ ਵਿੱਚੋਂ ਫੁੱਲਾਂ ਦੀ ਖੁਸ਼ਬੋਈ ਭਾਵ ਹਰ ਪਾਸੋਂ ਸੁੱਖ ਸਾਂਦ ਖੁਸ਼ੀਆਂ ਭਰੇ ਸੁਨੇਹੇ ਆਣ, ਸੁੱਖਾਂ ਦੇ ਸੁਨੇਹੇ ਆਣ। ਹੇ ਸਿਰਜਣਹਾਰੇ ਪ੍ਰਭੂ, ਜਦ ਵੀ ਕੋਈ ਸਾਨੂੰ ਮਦਦ ਲਈ ਆਵਾਜ਼ ਮਾਰੇ ਤਾਂ ਅਸੀਂ ਫਟਾਫਟ ਉਸ ਦੀ ਮਦਦ ਲਈ ਤਿਆਰ ਹੋ ਜਾਈਏ। ਹਰ ਪਲ ਆਪਣਾ ਚੰਗੇ ਕੰਮ ਦੇ ਲੇਖੇ ਲਾਈਏ, ਸਮੇਂ ਦੀ ਕਦਰ ਪਾਈਏ, ਕਿਉਂਕਿ ਲੰਘਿਆ ਹੋਇਆ ਸਮਾਂ ਪਿਆਰੇ ਬੱਚਿਓ ਕਦੇ ਵਾਪਸ ਨਹੀਂ ਆਉਂਦਾ। ਇਸ ਲਈ ਸਮਾਂ ਜਾ ਰਿਹਾ ਹੈ, ਸਾਨੂੰ ਇਸ ਦਾ ਸਾਰਥਕ ਉਪਯੋਗ ਕਰਨਾ ਚਾਹੀਦਾ ਹੈ, ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਸੋ ਪਰਮਾਤਮਾ ਸਾਡੀ ਮਦਦ ਕਰੇ, ਸਾਨੂੰ ਸਮਰੱਥਾ ਬਖਸ਼ੇ, ਸਾਨੂੰ ਬਲ ਬਖਸ਼ੇ, ਤਾਂ ਕਿ ਅਸੀਂ ਪੜ੍ਹ ਲਿਖ ਕੇ ਅੱਗੇ ਵਧੀਏ, ਮਹਾਨ ਇਨਸਾਨ ਬਣੀਏ, ਚੰਗੇ ਇਨਸਾਨ ਬਣੀਏ। ਸੋ ਪਿਆਰੇ ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਵਿਤਾ ਪਾਠ ਜਿਹੜਾ ਉਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਹੁਣ ਅਸੀਂ ਕਰਦੇ ਹਾਂ ਪਾਠ ਵਿੱਚ ਆਏ ਔਖੇ ਸ਼ਬਦਾਂ ਦੇ ਅਰਥ। ਪਹਿਲਾ ਸ਼ਬਦ ਹੈ ਸਿਰਜਣਹਾਰੇ। ਪਿਆਰੇ ਬੱਚਿਓ, ਸਿਰਜਣਹਾਰੇ ਤੋਂ ਭਾਵ ਹੈ ਸੰਸਾਰ ਨੂੰ ਚਲਾਉਣ ਵਾਲਾ ਉਹ ਪਰਮਾਤਮਾ, ਕਰਤਾਰ, ਜੋ ਸੰਸਾਰ ਦੀ ਰਚਨਾ ਕਰਦਾ ਹੈ। ਅਗਲਾ ਸ਼ਬਦ ਹੈ ਮਾਨਵਤਾ। ਬੱਚਿਓ, ਮਾਨਵਤਾ ਦਾ ਅਰਥ ਹੈ ਮਨੁੱਖਤਾ। ਉਸ ਤੋਂ ਅਗਲਾ ਸ਼ਬਦ ਹੈ ਨਿਸ਼ਕਾਮ। ਨਿਸ਼ਕਾਮ ਦਾ ਭਾਵ ਹੈ ਉਹ ਕੰਮ ਜੋ ਫਲ ਦੀ ਇੱਛਾ ਤੋਂ ਬਿਨਾਂ ਕੀਤਾ ਜਾਵੇ, ਭਾਵ ਨਿਰਸਵਾਰਥ ਹੋ ਕੇ ਬਿਨਾਂ ਕਿਸੇ ਨਿੱਜੀ ਹਿੱਤ ਤੋਂ, ਨਿੱਜੀ ਲਾਭ ਤੋਂ ਕੀਤਾ ਜਾਵੇ, ਉਹ ਹੁੰਦਾ ਹੈ ਨਿਸ਼ਕਾਮ। ਭਰੋਸਾ। ਭਰੋਸਾ ਦਾ ਅਰਥ ਹੈ ਵਿਸ਼ਵਾਸ। ਦੂਣ ਸਵਾਇਆ। ਦੂਣ ਸਵਾਇਆ ਮਤਲਬ ਬਹੁਤ ਜ਼ਿਆਦਾ। ਹਉਮੈ। ਹਉਮੈ ਦਾ ਮਤਲਬ ਹੁੰਦਾ ਹੈ ਹੰਕਾਰ। ਮੇਰ ਤੇਰ। ਮੇਰ ਤੇਰ ਦਾ ਅਰਥ ਹੈ ਪੱਖਪਾਤ, ਵਿਤਕਰਾ। ਖੁਸ਼ਬੋਈ। ਖੁਸ਼ਬੋਈ ਹੁੰਦੀ ਹੈ ਸੁਗੰਧੀ। ਕਦਰ। ਕਦਰ ਦਾ ਮਤਲਬ ਹੈ ਕੀਮਤ, ਮਹੱਤਤਾ। ਸੋ ਇਹ ਤਾਂ ਸੀ ਪਿਆਰੇ ਬੱਚਿਓ ਔਖੇ ਸ਼ਬਦਾਂ ਦੇ ਅਰਥ। ਜਦੋਂ ਅਸੀਂ ਕਵਿਤਾ ਪਾਠ ਨੂੰ ਪੜਾਂਗੇ ਵਾਰ-ਵਾਰ, ਸਾਡੇ ਦਿਮਾਗ ਦੇ ਵਿੱਚ ਆਪੇ ਹਰ ਇੱਕ ਸ਼ਬਦ ਦਾ ਅਰਥ ਜਿਹੜਾ ਹੈ ਉਹ ਸਪਸ਼ਟ ਹੁੰਦਾ ਜਾਵੇਗਾ। ਹੁਣ ਅਸੀਂ ਕਰਦੇ ਹਾਂ ਇੱਕੋ ਜਿਹੇ ਤੁਕਾਂਤ ਵਾਲੇ ਸ਼ਬਦ, ਜਿਨ੍ਹਾਂ ਦਾ ਆਪਸ ਵਿੱਚ ਲਾਸਟ ਵਿੱਚ ਤੁਕਾਂਤ ਦੇ ਵਿੱਚ ਜਾ ਕੇ ਮੇਲ ਹੁੰਦਾ ਹੈ। ਉਹ ਸ਼ਬਦ ਹਨ ਜਿਵੇਂ ਦਾਨ। ਦਾਨ ਦਾ ਤੁਕਾਂਤ ਵਾਲਾ ਸ਼ਬਦ ਹੈ ਮਹਾਨ। ਆਈਏ ਪਾਈਏ। ਕੋਈ, ਖੁਸ਼ਬੋਈ। ਭਰੋਸਾ,
रोसा, भुखा, रुखा। एक बार फिर मैं दोहरानी हाँ। दान, दान दा तुकांत वाला शब्द है महान। आइए पाइए, कोई, खुशबोई, भरोसा, रोसा, भुखा, रुखा। हुण असीं प्यारे बच्चों करदे हां कविता दे विचों प्रश्न उत्तर। सब तो पहला प्रश्न है, सिरजणहारे तो की भाव है? बच्चों, सिरजणहारे तो मैं पहला भी दस चुकी हाँ। सिरजणहारे तो भाव है संसार दी रचना करने वाला वो परम पिता परमात्मा जो संसार नूं सिरजदा है। साडा अगला प्रश्न है, कविता प्रार्थना किस लेखक दी लिखी हुई है? बच्चों, सब तो पहला कविता पाठ शुरू करन तो पहला ही मैं दसिया सीगा कि ये कविता जिहड़ी है महान ਸਾਹਿਤਕਾਰ श्री सुरजीत सिंह मरजाहा जी दी लिखी हुई है। सो इस प्रश्न का उत्तर है ये कविता प्रार्थना श्री सुरजीत सिंह मरजाहा जी दी लिखी हुई है। प्रश्न नंबर 3, मानवता दी सेवा तो की भाव है? बेटे, मानवता दी सेवा तो भाव है वो सेवा जो मनुखता दे भले लई बिना किसी स्वार्थ भाव निजी लाभ तो लोड़मंदां दी मदद करके कीती जावे उसनूं मानवता दी सेवा कहा जाता है। अगला प्रश्न है, वाकां विच वरतो। बच्चों, कुछ शब्द हैं जिन्हां दे आपां वाक बनाउणे हन ते जरूरी नहीं हैगा कि जो असीं पाठ पढ़िया है उत्थों ही असीं वाक लैके ते असीं इन्हां शब्दां दे वाक बनाइए। असीं सोच के अपने कोलों बहुत सारे वाक जिहड़े है अपने मन तो अपने दिमाग तो सोच के असीं बना सकते हैं। जिवें एक शब्द हैगा, पहला शब्द है महान। मैं इसदा वाक बनाउणी हां, महान। महान व्यक्ति महान कम्मां तो जाने जाते हैं। होर भी आपां कई वाक बना सकते हैं, जिवें भारत देश महान देश भगतां दा देश है। अगला वाक है कदर। मैं वाक बनाउणी हां, समय दी कदर करो। होर भी वाक हैगे ने, पानी अनमोल है इस दी कदर करो। सेवा, सानू मनुखता दी सेवा करनी चाहिए है। जा, बुजुर्गां दी सेवा महान सेवा है। बच्चों, इस तो इलावा भी असीं बहुत सारे जे असीं कोशिश करिए शब्दां तो वाक जिहड़े है वो बना सकते हैं। हुण मैं तुहानू कुछ घर बनाउण लई वाक जिहड़े है वो शब्द दिन्नी है ते तुसीं घर बैठ के इन्हां शब्दां तो वाक बनाउणे हन। सो तुसी नोट कर लो। पहला शब्द है मंजिल। पहला शब्द है मंजिल। दूजा शब्द है भरोसा। तीजा शब्द है अन। चौथा शब्द है मेर तेर। पंजवां शब्द है आराम। एक बार फिर मैं दोहराउण जा रही हाँ। घरों जिहड़े शब्दां दे तुसीं वाक बनाउणे ने वो है, पहला शब्द मंजिल, दूजा शब्द भरोसा, तीजा शब्द अन, चौथा शब्द मेर तेर, पंजवां शब्द आराम। इस तो इलावा हुण कुछ सतरां हन जो असीं पूरियां करनियां हन। पहली सत्र है, सिरजणहारे सब दे प्यारे दे सानू ए दान। अगे बच्चों खाली स्थान है, खाली लाइन है, सत्र है जो असीं पूरी करनी है। इसका उत्तर है, पढ़िए लिखिए अगे वधिए करिए काम महान। अगली सत्र है, मेर तेर दियां गल्लां मुक्कण हौमे रहे ना कोई। मेर तेर दियां गल्लां मुक्कण हौमे रहे ना कोई। बच्चों, इसदी सत्र आपां पूरी करनी है। चार दिशावां विचों आवे फुल्लां दी खुशबोई। चार दिशावां विचों आवे फुल्लां दी खुशबोई। अगली सत्र है, तू दाता है सब दा मालक सबनू दई भरोसा। तू दाता है सब दा मालक सबनू दई भरोसा। खाली सत्र जिहड़ी है असीं पूरी करनी है, खाली स्थान भरना है। वो है, सब ही प्यारन एक दूजे नू मन विच रहे न रोसा। सब ही प्यारन एक दूजे नू मन विच रहे न रोसा। सो प्यारे बच्चों, ये सतरां जिहड़ियां हन ये कविता दे विचों ही हन। पेपर दे विच ये सारे सवाल जिहड़े है वो आउंदे ने
ਤੇ ਅਸੀਂ ਜੇ ਪੂਰੀ ਕਵਿਤਾ ਨੂੰ ਧਿਆਨ ਨਾਲ ਪੜਾਂਗੇ, ਪਿਆਰ ਦੇ ਨਾਲ ਪੜਾਂਗੇ ਤੇ ਸਾਨੂੰ ਆਪਣੇ ਆਪ ਇਹ ਸਤਰਾਂ ਜਿਹੜੀਆਂ ਹੈ ਇਹ ਜ਼ੁਬਾਨੀ ਯਾਦ ਹੋ ਜਾਣਗੀਆਂ ਤੇ ਅਸੀਂ ਖਾਲੀ ਸਥਾਨਾਂ ਦੀ ਪੂਰਤੀ ਆਸਾਨੀ ਨਾਲ ਕਰ ਸਕਦੇ ਹਾਂ, ਆਸਾਨੀ ਨਾਲ ਵਾਕ ਬਣਾ ਸਕਦੇ ਹਾਂ, ਆਸਾਨੀ ਨਾਲ ਪ੍ਰਸ਼ਨਾਂ ਦੇ ਉੱਤਰ ਦੇ ਸਕਦੇ ਹਾਂ ਤੇ ਤੁਕਾਂਤ ਮੇਲ ਜਿਹੜੇ ਹੈ ਉਹ ਆਸਾਨੀ ਨਾਲ ਆਪਾਂ ਪੂਰੇ ਕਰ ਸਕਦੇ ਹਾਂ। ਤੇ ਹੁਣ ਇਹ ਤਾਂ ਸੀ ਬੱਚਿਓ ਘਰ ਦਾ ਕੰਮ, ਤੇ ਇੱਕ ਹੋਰ ਜਿਹੜਾ ਅਹਿਮ ਕੰਮ ਹੈਗਾ ਹੈ ਉਹ ਮੇਰੇ ਅਨੁਸਾਰ ਹੈ ਸੁੰਦਰ ਲਿਖਾਈ। ਇਹ ਕੰਮ ਵੀ ਮੈਂ ਤੁਹਾਨੂੰ ਥੋੜਾ ਜਿਹਾ ਘਰ ਤੋਂ ਲਿਖਣ ਲਈ ਦੇ ਰਹੀ ਹਾਂ, ਜਿਹੜਾ ਤੁਸੀਂ ਘਰ ਬੈਠ ਕੇ ਪੂਰਾ ਕਰਨਾ ਹੈ। ਉਹ ਹੈ ਕਿ ਕਵਿਤਾ ਪਾਠ ਪ੍ਰਾਰਥਨਾ ਵਿੱਚੋਂ ਕੋਈ 8 ਸਤਰਾਂ ਜਿਹੜੀਆਂ ਹੈ ਤੁਸੀਂ ਉਹ ਸੁੰਦਰ ਲਿਖਾਈ ਦੀਆਂ ਲਿਖਣੀਆਂ ਹਨ। ਸੁੰਦਰ ਲਿਖਾਈ ਜਿਹੜੀ ਹੈ ਉਹ ਸਾਡੀ ਪੜ੍ਹਾਈ ਦਾ ਇੱਕ ਅਹਿਮ ਹਿੱਸਾ ਹੈ। ਜੇ ਸਾਡੀ ਲਿਖਾਈ ਸੁੰਦਰ ਹੋਵੇਗੀ ਤਾਂ ਹੀ ਸਾਡੀ ਪੜ੍ਹਾਈ ਜਿਹੜੀ ਹੈ ਉਹਦੇ ਨਤੀਜੇ ਸਾਰਥਕ ਆਉਣਗੇ। ਜੇ ਸਾਡੀ ਲਿਖਾਈ ਸੁੰਦਰ ਨਹੀਂ ਹੋਏਗੀ ਤੇ ਉਹ ਪੇਪਰ ਦੇਖਣ ਵਾਲੇ ਜਿਹੜੇ ਹੁੰਦੇ ਨੇ ਟੀਚਰ, ਉਹਨਾਂ ਨੇ ਲਿਖਾਈ ਦੇਖ ਕੇ ਹੀ ਮਤਲਬ ਬੰਦੇ ਦਾ ਮਨ ਜਿਹੜਾ ਉਹ ਖਿੱਚ ਜਾਂਦਾ ਹੈ ਤੇ ਸਾਡੇ ਨੰਬਰ ਜਿਹੜੇ ਆ ਉਹ ਵਧੀਆ ਤਰੀਕੇ ਨਾਲ ਨਹੀਂ ਆਉਂਦੇ। ਜੇ ਅਸੀਂ ਸੁੰਦਰ, ਸਪਸ਼ਟ, ਸਾਫ਼ ਲਿਖਿਆ ਹੋਏਗਾ ਤੇ ਪੇਪਰ ਦੇਖਣ ਵਾਲੇ ਜਿਹੜੇ ਅਧਿਆਪਕ ਨੇ ਉਹ ਖੁਸ਼ ਹੋ ਕੇ ਸਾਡਾ ਪੇਪਰ ਦੇਖਦੇ ਨੇ ਤੇ ਖੁਸ਼ ਹੋ ਕੇ ਅੱਛੇ ਨੰਬਰ ਦਿੰਦੇ ਨੇ, ਵਧੀਆ ਲੇਖਣੀ ਦੇ ਵਧੀਆ ਨੰਬਰ ਮਿਲਦੇ ਨੇ। ਸੋ ਪਿਆਰੇ ਬੱਚਿਓ, ਸੁੰਦਰ ਲਿਖਾਈ ਕਰਨ ਲੱਗੇ ਤੁਸੀਂ ਅੱਖਰ ਬਣਤਰ ਦਾ ਜਿਹੜਾ ਹੈ ਉਹ ਖਾਸ ਖਿਆਲ ਰੱਖਣਾ ਹੈ। ਲਗਾ ਮਾਤਰਾਵਾਂ ਜਿਹੜੀਆਂ ਹੈ ਉਹ ਵੀ ਸਾਡੀ ਸੁੰਦਰ ਲੇਖਣੀ ਦਾ ਬਹੁਤ ਵੱਡਾ ਅਹਿਮ ਹਿੱਸਾ ਹੈਗਾ ਹੈ ਤੇ ਇਹਨਾਂ ਦਾ ਪੂਰਾ ਖਿਆਲ ਰੱਖਣਾ ਹੈ। ਕਈ ਬੱਚੇ ਜਿਹੜੀਆਂ ਲਗਾ ਮਾਤਰਾ ਨੂੰ ਲਿਖਣ ਲੱਗਿਆਂ ਅੱਖੋਂ ਪਰੋਖੇ ਕਰ ਦਿੰਦੇ ਆ, ਕਾਲੀ ਦੇ ਵਿੱਚ ਲਿਖਦੇ ਹੈ, ਜੋ ਸਹੀ ਨਹੀਂ ਹੈ। ਪਿਆਰੇ ਬੱਚਿਓ, ਲਗਾ ਮਾਤਰਾ ਦਾ ਤੇ ਅੱਖਰ ਬਣਤਰ ਦਾ ਲਿਖਣ ਸਮੇਂ ਖਾਸ ਖਿਆਲ ਰੱਖਣਾ ਹੈ। ਅਗਲੀ ਗੱਲ, ਸ਼ਬਦਾਂ ਤੋਂ ਦੂਰੀ ਜਿਹੜੀ ਹੈ ਉਹ ਵੀ ਸਹੀ ਹੋਣੀ ਚਾਹੀਦੀ ਹੈ ਤਾਂ ਕਿ ਲਿਖਿਆ ਹੋਇਆ ਵਧੀਆ ਲੱਗੇ, ਸੁੰਦਰ ਲੱਗੇ। ਦੇ ਅੱਖਰ ਜਿਹੜੇ ਹੈ ਸੋਹਣੇ ਹੋਣੇ ਚਾਹੀਦੇ ਹਨ, ਮੋਤੀਆਂ ਵਰਗੇ ਅੱਖਰ ਜਿਹੜੇ ਹੈ ਹੋਣੇ ਚਾਹੀਦੇ ਹਨ ਤਾਂ ਜੋ ਪੜ੍ਹਨ ਦੇ ਨਾਲ ਸਾਡੀ ਲਿਖਾਈ ਦਾ ਸਾਫ਼ ਅਤੇ ਸੁੰਦਰ ਹੋਣਾ ਸਾਡਾ ਵਧੀਆ ਪ੍ਰਭਾਵ ਪਾਵੇ। ਤੇ ਸਾਡਾ ਪੜ੍ਹਨਾ ਜਿਹੜਾ ਉਹ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਅਸੀਂ ਪੜ੍ਹੇ ਹੋਏ ਪਾਠ ਨੂੰ ਸਹੀ ਅਤੇ ਸੁੰਦਰ ਲਿਖਤ ਦਾ ਰੂਪ ਦੇ ਸਕੀਏ ਤਾਂ ਜੋ ਅਸੀਂ ਚੰਗੇ ਅੰਕ ਪ੍ਰਾਪਤ ਕਰ ਸਕੀਏ। ਸੋ ਪਿਆਰੇ ਬੱਚਿਓ, ਇਹ ਤਾਂ ਸੀ ਕਵਿਤਾ ਪਾਠ ਪ੍ਰਾਰਥਨਾ। ਮੈਨੂੰ ਤਾਂ ਇਹ ਪਾਠ ਪੜ੍ਹਾ ਕੇ ਬਹੁਤ ਆਨੰਦ ਮਿਲਿਆ ਹੈ, ਬਹੁਤ ਖੁਸ਼ੀ ਹੋਈ ਹੈ। ਸੋ ਉਮੀਦ ਕਰਦੀ ਹਾਂ ਕਿ ਆਪ ਨੂੰ ਵੀ ਇਹ ਪਾਠ ਸੁਣ ਕੇ ਬਹੁਤ ਆਨੰਦ ਆਇਆ ਹੋਵੇਗਾ, ਖੁਸ਼ੀ ਮਹਿਸੂਸ ਹੋਈ ਹੋਵੇਗੀ। ਸੋ ਪਿਆਰੇ ਬੱਚਿਓ, ਅੱਜ ਦਾ ਪਾਠ ਜਿਹੜਾ ਹੈ ਮੈਂ ਇੱਥੇ ਹੀ ਸਮਾਪਤ ਕਰਦੀ ਹੋਈ ਆਪ ਤੋਂ ਵਿਦਾ ਲੈਂਦੀ ਹਾਂ। ਸੇਫ ਰਹੋ, ਘਰ ਵਿੱਚ ਰਹੋ, ਬਾਹਰ ਨਹੀਂ ਜਾਣਾ, ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਰੋਨਾ ਵਾਇਰਸ ਨਾਮ ਦਾ ਜਿਹੜਾ ਕੀਟਾਣੂ ਹੈ ਉਹ ਬਹੁਤ ਫੈਲਿਆ ਹੋਇਆ ਹੈ, ਜੋ ਬਿਮਾਰ ਕਰ ਰਿਹਾ ਹੈ ਲੋਕਾਂ ਤੇ, ਬਹੁਤ ਭਾਰੂ ਜਿਹੜਾ ਹੈ ਉਹ ਪੈ ਰਿਹਾ ਹੈ। ਸੋ ਪਿਆਰੇ ਬੱਚਿਓ, ਸਫਾਈ ਦਾ ਖਾਸ ਖਿਆਲ ਰੱਖਣਾ ਹੈ ਤੇ ਘਰ ਤੋਂ ਬਾਹਰ ਨਹੀਂ ਜਾਣਾ। ਤੁਹਾਨੂੰ ਪਤਾ ਹੈ ਕਿ ਇਹ ਬਿਮਾਰੀ ਜਿਹੜੀ ਹੈ, ਇਹ ਵਾਇਰਸ ਜਿਹੜਾ ਹੈ ਛੂਤ ਨਾਲ ਫੈਲਦਾ ਹੈ ਤੇ ਜਿਹਦੇ ਲੱਛਣ ਹੈਗੇ ਹੈ ਖਾਂਸੀ, ਤੇਜ਼ ਬੁਖਾਰ ਅਤੇ ਸਾਹ ਦੇ ਵਿੱਚ ਰੁਕਾਵਟ, ਜਿਸ ਨਾਲ ਵਿਅਕਤੀ ਦੀ ਮੌਤ ਹੋ ਸਕਦੀ ਹੈ। ਸੋ ਸਾਨੂੰ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਘਰ ਰਹਿਣਾ ਚਾਹੀਦਾ ਹੈ, ਅੰਦਰ ਰਹਿਣਾ ਚਾਹੀਦਾ ਹੈ, ਬਾਹਰ ਨਹੀਂ ਜਾਣਾ ਚਾਹੀਦਾ ਤੇ ਸੁਰੱਖਿਅਤ ਰਹਿਣਾ ਚਾਹੀਦਾ ਹੈ। ਸੋ ਪਿਆਰੇ ਬੱਚਿਓ, ਘਰ ਬੈਠ ਕੇ ਆਪਣਾ ਦਿੱਤਾ ਹੋਇਆ ਕੰਮ ਪੂਰਾ ਕਰੋ ਤੇ ਛੋਟੇ ਕੰਮਾਂ ਦੇ ਵਿੱਚ ਆਪਣੇ ਮੰਮੀ ਪਾਪਾ ਦਾ ਹੱਥ ਵਟਾਓ ਤੇ ਚੰਗੀਆਂ ਕਿਤਾਬਾਂ ਪੜ੍ਹੋ ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਘਰ ਵਿੱਚ ਰਹਿ ਕੇ ਆਪਣਾ ਟਾਈਮ ਪਾਸ ਕਰੋ। ਸੋ ਮੈਂ ਇੱਥੇ ਹੀ ਵਿਰਾਮ ਦਿੰਦੀ ਹੋਈ ਆਪ ਤੋਂ ਵਿਦਾ ਲੈਂਦੀ ਹਾਂ। ਸਤਿ ਸ਼੍ਰੀ ਅਕਾਲ। ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ।